ਜੈ ਮਸੀਹ ਦੀ। ਅੱਜ ਅਸੀਂ ਫਿਰ ਅਫਸੀਆਂ ਦਾ ਖੱਤ ਦੇਖਾਂਗੇ ਅਤੇ ਅਫਸੀਆਂ ਦਾ ਖੱਤ ਉਸ ਦਾ ਚੌਥਾ ਅਧਿਆਇ। ਅਤੇ ਜਿਵੇਂ ਮੈਂ ਪਹਿਲਾਂ ਵੀ ਦੱਸਿਆ ਕਿ ਅਫਸੀਆਂ ਦੇ ਖੱਤ ਨੂੰ ਅਸੀਂ ਦੋ ਹਿੱਸਿਆਂ ਵਿੱਚ ਵੰਡ ਸਕਦੇ ਹਾਂ। ਪਹਿਲਾ ਹਿੱਸਾ ਜੋ ਹੈ ਪਹਿਲਾ ਅਧਿਆਇ ਤੋਂ ਲੈ ਕੇ ਦੂਜਾ ਅਤੇ ਤੀਜਾ ਅਧਿਆਇ, ਉਹ ਸਾਨੂੰ ਦੱਸਦਾ ਹੈ ਕਿ ਸਾਡਾ ਜੋ ਇੱਕ ਖਜ਼ਾਨਾ ਹੈ ਯਿਸੂ ਮਸੀਹ ਜੋ ਕੀ ਹੈ। ਜਿਹੜਾ ਦੂਸਰਾ ਹਿੱਸਾ ਹੈ ਉਹ ਸਾਨੂੰ ਦੱਸਦਾ ਹੈ, ਜੋ ਕਿ ਦੂਸਰਾ ਹਿੱਸਾ ਚੌਥਾ, ਪੰਜਵਾਂ ਅਤੇ ਛੇਵਾਂ ਅਧਿਆਇ, ਉਹ ਇਹ ਹੈ ਸਾਡਾ ਚਾਲ ਚੱਲਣ ਕਿਵੇਂ ਹੋਣਾ ਚਾਹੀਦਾ ਹੈ। ਜਿਵੇਂ ਕਿ ਅਸੀਂ ਹੁਣ ਯਿਸੂ ਮਸੀਹ ਦੇ ਵਿੱਚ ਹਾਂ ਅਤੇ ਸਾਨੂੰ ਯਿਸੂ ਮਸੀਹ 'ਚ ਕਿੰਨਾ ਖਜ਼ਾਨਾ ਮਿਲ ਗਿਆ, ਜੋ ਕਿ ਸਾਡੀ ਸਿਕਸ਼ਾ ਹੈ, ਖਜ਼ਾਨਾ ਸਿਕਸ਼ਾ ਦਾ, ਡਾਕਟਰਿਨ ਦਾ, ਉਹ ਹਿਦਾਇਤਾਂ ਦਾ ਜੋ ਕਿ ਸਾਡੇ ਲਈ ਚੰਗੀਆਂ ਹਨ। ਇਹ ਹਿਦਾਇਤਾਂ ਸਾਨੂੰ ਕਿਵੇਂ ਜੀਣਾ ਸਿਖਾਉਂਦੀਆਂ ਹਨ, ਸਾਨੂੰ ਇਸ ਦੇ ਬਾਰੇ ਉਹ ਦੱਸਦਾ ਹੈ ਅਤੇ ਸਾਨੂੰ ਕਿਵੇਂ ਜੀਣਾ ਚਾਹੀਦਾ ਹੈ ਇਹਨਾਂ ਸਿਕਸ਼ਾਵਾਂ ਦੇ ਅੰਦਰ ਰਹਿ ਕੇ। ਜੇ ਅਸੀਂ ਮਸੀਹ ਦੇ ਵਿੱਚ ਹਾਂ ਅਤੇ ਮਸੀਹ ਸਾਡੇ ਵਿੱਚ ਹੈ, ਅਤੇ ਕਿਉਂਕਿ ਮਸੀਹ ਸਾਡੇ ਵਿੱਚ ਹੈ ਅਤੇ ਹੁਣ ਸਾਡੇ ਚਾਲ ਚੱਲਣ ਬਦਲ ਗਏ ਅਤੇ ਸਾਡਾ ਜੀਵਨ ਚੇਂਜ ਹੋ ਗਿਆ, ਚੰਗਾ ਹੋ ਗਿਆ। ਇਸ ਲਈ ਹੁਣ ਸਾਡਾ ਚਾਲ ਚੱਲਣ ਕਿਵੇਂ ਹੋਣਾ ਚਾਹੀਦਾ ਹੈ। ਅਤੇ ਇੰਗਲਿਸ਼ ਵਿੱਚ ਜਿੱਦਾਂ ਅਸੀਂ ਕਹਿੰਦੇ ਹਾਂ ਵੀ ਡਾਕਟਰਿਨ ਅਤੇ ਡਿਊਟੀ। ਡਾਕਟਰਿਨ ਐਲੀਮੈਂਟ ਜਿਹੜਾ ਅਸੀਂ ਦੇਖਿਆ ਉਹ ਪਹਿਲੇ 3 ਅਧਿਆਏ, ਅਤੇ ਹੁਣ ਡਿਊਟੀ ਦਾ ਜਿਹੜਾ ਐਲੀਮੈਂਟ ਆ ਉਹ ਅਸੀਂ ਦੇਖਦੇ ਹਾਂ ਚੌਥਾ, ਪੰਜਵਾਂ ਅਤੇ ਛੇਵਾਂ ਅਧਿਆਇ। ਅਤੇ ਬਾਈਬਲ ਜੋ ਹੈ ਉਹ ਸਾਨੂੰ ਇੱਕ ਬੈਲੈਂਸਡ ਸਿਕਸ਼ਾ ਦਿੰਦੀ ਹੈ। ਸਾਨੂੰ ਬਾਈਬਲ ਕਹਿੰਦੀ ਹੈ ਕਿ ਸਾਨੂੰ ਸੱਚ ਨੂੰ ਜਾਣਨ ਦੀ ਲੋੜ ਹੈ ਅਤੇ ਉਹ ਸੱਚ ਦੇ ਅਧੀਨ ਹੋ ਕੇ ਸਾਨੂੰ ਚੱਲਣ ਦੀ ਲੋੜ ਹੈ। ਇਸੇ ਲਈ ਪੌਲੁਸ ਅਫਸੀਆਂ ਨੂੰ ਲਿਖਦਾ ਹੈ ਅਤੇ ਉਹ ਉਹਨਾਂ ਨੂੰ ਸੱਚ ਬਾਰੇ ਦੱਸਦਾ ਹੈ, ਜੋ ਕਿ ਯਿਸੂ ਮਸੀਹ ਦਾ ਸੱਚ ਹੈ, ਜੋ ਕਿ ਕਲੀਸਿਆਵਾਂ ਨੂੰ ਹੁਣ ਦਿੱਤਾ ਹੋਇਆ ਹੈ। ਇਸੇ ਲਈ ਕਲੀਸਿਆਵਾਂ ਹੁਣ ਕਿਵੇਂ ਚੱਲਣ, ਕਲੀਸਿਆਵਾਂ ਦੇ ਵਿੱਚ ਸਾਡਾ ਚਾਲ ਚੱਲਣ ਇੱਕ ਦੂਜੇ ਨਾਲ ਕਿਵੇਂ ਹੋਣਾ ਚਾਹੀਦਾ ਹੈ ਅਤੇ ਪ੍ਰਭੂ ਦੇ ਮੋਹਰੇ ਸਾਨੂੰ ਕਿਵੇਂ ਚੱਲਣਾ ਚਾਹੀਦਾ ਹੈ, ਅਸੀਂ ਇਹ ਗੱਲਾਂ ਅੱਜ ਦੇਖਾਂਗੇ। ਅਤੇ ਇਹ ਜਿਹੜੇ ਅਗਲੇ 3 ਅਧਿਆਏ ਹਨ ਉਹ ਇਹਨਾਂ ਗੱਲਾਂ ਦਾ ਹੀ ਬਿਆਨ ਕਰਦੇ ਹਨ। ਅਤੇ ਪੌਲੁਸ ਲਿਖਦਾ ਹੈ ਚੌਥਾ ਅਧਿਆਇ ਉਸ ਦੀ ਪਹਿਲੀ ਆਇਤ ਤੋਂ, ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ, ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹਦੇ ਯੋਗ ਚਾਲ ਚੱਲੋ, ਅਰਥਾਤ ਪੂਰਨ ਅਧੀਨਗੀ, ਨਰਮਾਈ ਅਤੇ ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਹੁਣ ਮੈਂ ਇੱਥੇ ਹੀ ਰੁਕਦਾ ਹਾਂ ਅਤੇ ਇਹ ਪਹਿਲੀਆਂ 3 ਆਇਤਾਂ ਨੂੰ ਅਸੀਂ ਅੱਜ ਦੇਖਾਂਗੇ ਅਤੇ ਫਿਰ ਅਗਲੇ ਹਫ਼ਤੇ ਫਿਰ ਅਸੀਂ ਦੇਖਾਂਗੇ ਚੌਥੀ ਆਇਤ ਤੋਂ ਲੈ ਕੇ 6ਵੀਂ ਆਇਤ ਤੱਕ। ਅਤੇ ਫਿਰ ਅਸੀਂ ਇੱਦਾਂ ਹੀ ਆਪਣਾ ਪ੍ਰਚਾਰ ਜਾਰੀ ਰੱਖਾਂਗੇ ਅਫਸੀਆਂ ਦੇ ਖੱਤ ਵਿੱਚੋਂ। ਇਹ ਜਿਹੜਾ ਗੱਲ ਕਰ ਰਿਹਾ ਹੈ ਪੌਲੁਸ ਅਪੋਸਲ ਜੋ ਹੈ, ਰਸੂਲ ਜੋ ਹੈ, ਉਹ ਇਹ ਗੱਲ ਕਰਦਾ ਹੈ ਕਿ ਚਰਚ ਦੇ ਵਿੱਚ, ਕਲੀਸਿਆਵਾਂ ਦੇ ਵਿੱਚ ਲੋਕਾਂ ਦਾ ਚਾਲ ਚੱਲਣ ਕਿਵੇਂ ਹੋਣਾ ਚਾਹੀਦਾ ਹੈ। ਕਿਉਂਕਿ ਜਦੋਂ ਪ੍ਰਭੂ ਨੇ ਸਾਨੂੰ ਸੱਦਿਆ, ਹਾਲਾਂਕਿ ਪ੍ਰਭੂ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ, ਜਿਵੇਂ ਕਿ ਸ਼ਾਇਦ ਸਾਡੇ ਘਰ ਦੇ ਨਾ ਬਚੇ ਹੋਣ ਅਤੇ ਪ੍ਰਭੂ ਨੇ ਸਾਡੀ ਜ਼ਿੰਦਗੀ 'ਚ ਕੰਮ ਕੀਤਾ ਅਤੇ ਸਾਨੂੰ ਬਚਾ ਲਿਆ। ਪਰ ਜਦੋਂ ਅਸੀਂ ਅਫਸੀਆਂ ਦੀ ਗੱਲ ਕਰਦੇ ਹਾਂ ਅਤੇ ਅਫਸੀਆਂ ਦੇ ਲੋਕਾਂ ਨੂੰ ਉਹ ਲਿਖ ਰਿਹਾ ਹੈ, ਉਹ ਚਰਚ ਨੂੰ ਲਿਖ ਰਿਹਾ ਹੈ, ਇਕੱਠਿਆਂ ਨੂੰ, ਕਿਉਂਕਿ ਇਹ ਸਾਰੇ ਮਸੀਹੀ ਲੋਕਾਂ ਦਾ ਫਰਜ਼ ਬਣਦਾ ਹੈ ਕਿ ਉਹ ਇਹਨਾਂ ਗੱਲਾਂ ਉੱਤੇ ਚੱਲਣ। ਇਸ ਲਈ ਇਹ ਖੱਤ ਇੱਕ ਇੰਡੀਵਿਜੂਅਲ ਇਨਸਾਨ ਨੂੰ ਵੀ ਲਿਖਿਆ ਗਿਆ ਹੈ ਅਤੇ ਇੱਕ ਕਲੈਕਟਿਵਲੀ ਕਲੀਸਿਆਵਾਂ ਨੂੰ ਵੀ ਲਿਖਿਆ ਗਿਆ ਹੈ। ਅਤੇ ਇਸੇ ਕਰਕੇ ਅਸੀਂ ਬਾਈਬਲ ਇਕੱਲੇ ਵੀ ਪੜ੍ਹ ਸਕਦੇ ਹਾਂ, ਪਰ ਅਲਟੀਮੇਟ ਜਿਹੜਾ ਬਾਈਬਲ ਦੀ ਸਿਕਸ਼ਾ ਹੈ ਉਹ ਚਰਚ ਨੂੰ ਦਿੱਤੀ ਗਈ ਹੈ ਅਤੇ ਸਾਨੂੰ ਇੱਕ ਦੂਜੇ ਨਾਲ ਜੋੜ ਕੇ ਇਹ ਗੱਲਾਂ ਸਿੱਖਣ ਦੀ ਲੋੜ ਹੈ, ਕਿਉਂਕਿ ਚਰਚ ਵਿੱਚ ਲੋਕਾਂ ਦਾ ਜੁੜਨਾ ਬਹੁਤ ਹੀ ਜ਼ਰੂਰੀ ਹੈ, ਮਸੀਹੀ ਲੋਕਾਂ ਦਾ। ਇਸ ਕਰਕੇ ਪੌਲੁਸ ਵੀ ਹੁਣ ਇਹੀ ਲਿਖ ਰਿਹਾ ਹੈ ਉਹਨਾਂ ਨੂੰ, ਕਿਉਂਕਿ ਤੁਹਾਡੇ ਕੋਲ ਇਹ ਸਿਕਸ਼ਾ ਹੈ ਮਸੀਹ ਦੀ, ਕਿਉਂਕਿ ਹੁਣ ਤੁਹਾਡੇ ਕੋਲ ਮਸੀਹ ਹੈ, ਮਸੀਹ ਨੇ ਤੁਹਾਨੂੰ ਤੁਹਾਡੇ ਪਾਪਾਂ ਤੋਂ ਬਚਾ ਲਿਆ। ਇਸ ਲਈ ਹੁਣ ਤੁਹਾਨੂੰ ਇਹ ਗੱਲਾਂ ਕਰਨ ਦੀ ਅਤੇ ਸਿੱਖਣ ਦੀ ਲੋੜ ਹੈ। ਅਤੇ ਆਓ ਅਸੀਂ ਪ੍ਰਾਰਥਨਾ ਕਰੀਏ ਅਤੇ ਫਿਰ ਅਸੀਂ ਇਹ ਪ੍ਰਚਾਰ ਨੂੰ ਅੱਜ ਜਾਰੀ ਰੱਖਾਂਗੇ। ਪਿਤਾ ਪਰਮੇਸ਼ਵਰ, ਤੇਰਾ ਧੰਨਵਾਦ ਕਰਦੇ ਹਾਂ ਅੱਜ ਦੇ ਦਿਨ ਲਈ ਜਿਹੜਾ ਤੂੰ ਸਾਨੂੰ ਦਿੱਤਾ ਹੈ ਅਤੇ ਉਹਨਾਂ ਚੀਜ਼ਾਂ ਨੂੰ ਸਿਖਾਉਣ ਲਈ ਜੋ ਕਿ ਸਾਡੇ ਲਈ ਚੰਗੀਆਂ ਹਨ। ਅਤੇ ਅਸੀਂ ਧੰਨਵਾਦ ਕਰਦੇ ਹਾਂ ਪ੍ਰਭੂ ਯਿਸੂ ਮਸੀਹ ਲਈ ਜੋ ਸਾਡੇ ਪਾਪ ਲਈ ਮਾਰਿਆ ਗਿਆ, ਅਤੇ ਧੰਨਵਾਦ ਕਰਦੇ ਹਾਂ ਪਵਿੱਤਰ ਆਤਮਾ ਦੇ ਲਈ ਜੋ ਕਿ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ। ਅਤੇ ਖੁਦਾਵੰਦ ਅਸੀਂ ਤੇਰੇ ਨਾਮ ਨੂੰ ਮਹਿਮਾ ਦਿੰਦੇ ਹਾਂ, ਪਿਤਾ, ਪੁੱਤਰ ਅਤੇ ਰੂਹ ਪਾਕ, ਤੇਰੇ ਨਾਮ ਨੂੰ ਮਹਿਮਾ ਦਿੰਦੇ ਹਾਂ ਖੁਦਾਵੰਦ, ਅਤੇ ਤੇਰੇ ਮੂਹਰੇ ਆਉਂਦੇ ਹਾਂ ਅਤੇ ਅਸੀਂ ਚਾਹੁੰਦੇ ਹਾਂ ਕਿ ਤੂੰ ਸਾਨੂੰ ਆਪਣੀਆਂ ਗੱਲਾਂ ਸਿਖਾ ਅਤੇ ਸਾਨੂੰ ਉਹ ਗੱਲਾਂ 'ਤੇ ਚੱਲਣ ਦਾ ਬਲ ਬਖਸ਼ ਜੋ ਕਿ ਤੇਰੇ ਨਾਮ ਨੂੰ ਮਹਿਮਾ ਦਿੰਦੀਆਂ ਹਨ। ਅਤੇ ਅਸੀਂ ਇਹ ਸਭ ਚੀਜ਼ਾਂ ਪ੍ਰਭੂ ਯਿਸੂ ਮਸੀਹ ਦੇ ਪਾਕ ਅਤੇ ਮਿੱਠੇ ਨਾਂ 'ਚ ਮੰਗਦੇ ਹਾਂ। ਆਮੀਨ।
ਫਿਰ ਪੌਲੁਸ ਲਿਖਦਾ ਹੈ, ਉਪਰੰਤ ਮੈਂ ਜੋ ਪ੍ਰਭੂ ਦੇ ਨਿਮਿਤ ਕੈਦੀ ਹਾਂ ਤੁਹਾਡੇ ਅੱਗੇ ਇਹ ਬੇਨਤੀ ਕਰਦਾ ਹਾਂ। ਹੁਣ ਪੌਲੁਸ ਇਹ ਖੱਤ ਲਿਖ ਰਿਹਾ ਸੀ ਜਦੋਂ ਉਹ ਜੇਲ੍ਹ ਵਿੱਚ ਬੰਦ ਸੀਗਾ, ਅਤੇ ਇਹ ਜਿਹੜਾ ਖੱਤ ਹੈ ਕਾਫੀ ਪੌਲੁਸ ਦੇ ਕਹਿ ਲਓ ਵੀ ਅੰਤਿਮ ਜਿਹੜੇ ਸਾਲ ਸੀ ਉਹਨਾਂ ਵਿੱਚ ਇਹ ਲਿਖਿਆ ਗਿਆ ਸੀ। ਹੁਣ ਪੌਲੁਸ ਕਾਫੀ ਚਿਰ ਹੋ ਗਿਆ ਸੀ ਸੇਵਕਾਈ ਕਰਦੇ ਨੂੰ, ਅਤੇ ਪੌਲੁਸ ਜੋ ਸੀ ਹੁਣ ਆਪਣੇ ਕਹਿ ਲਓ ਕਿ ਇਸ ਸੰਸਾਰ ਤੋਂ ਜਾਣ ਦੀ ਹੁਣ ਉਹ ਵੇਟ ਕਰ ਰਿਹਾ ਸੀਗਾ, ਅਤੇ ਉਹਦਾ ਜੋ ਦਿਲ ਸੀ ਉਹ ਇਹੀ ਸੀ ਕਿ ਪ੍ਰਭੂ ਦੇ ਲੋਕ ਪ੍ਰਭੂ ਦੀਆਂ ਗੱਲਾਂ ਨੂੰ ਜਾਣ ਅਤੇ ਪ੍ਰਭੂ ਦੇ ਵਿੱਚ ਚੱਲਣ ਅਤੇ ਪ੍ਰਭੂ ਦੇ ਨਾਮ ਨੂੰ ਮਹਿਮਾ ਦੇਣ। ਅਤੇ ਪ੍ਰਭੂ ਦੇ ਨਾਮ ਨੂੰ ਅਸੀਂ ਕਿਵੇਂ ਮਹਿਮਾ ਦਿੰਦੇ ਹਾਂ ਚਰਚ ਦੇ ਵਿੱਚ? ਅਸੀਂ ਉਦੋਂ ਮਹਿਮਾ ਦਿੰਦੇ ਹਾਂ ਜਦੋਂ ਅਸੀਂ ਪ੍ਰਭੂ ਦੀਆਂ ਕਹੀਆਂ ਹੋਈਆਂ ਗੱਲਾਂ 'ਤੇ ਚੱਲਦੇ ਹਾਂ ਅਤੇ ਪ੍ਰਭੂ ਦੇ ਲੋਕਾਂ ਨਾਲ ਪ੍ਰੇਮ ਰੱਖਦੇ ਹਾਂ। ਇਸ ਲਈ ਪੌਲੁਸ ਕਹਿੰਦਾ ਹੈ ਕਿ ਮੈਂ ਤੁਹਾਡੇ ਅੱਗੇ ਬੇਨਤੀ ਕਰਦਾ ਹਾਂ, ਜੋ ਤੁਸੀਂ ਜਿਸ ਸੱਦੇ ਨਾਲ ਸੱਦੇ ਹੋਏ ਹੋ ਉਹਦੇ ਯੋਗ ਚਾਲ ਚੱਲੋ। ਪੌਲੁਸ ਗੱਲ ਕਰਦਾ ਹੈ ਵੀ ਜੋ ਕਿ ਇੱਕ ਬੁਲਾਹਟ ਹੈ, ਜਿਵੇਂ ਕਿ ਅਸੀਂ ਪਹਿਲੇ ਅਫਸੀਆਂ ਦੇ ਖੱਤ ਵਿੱਚ ਵੀ ਦੇਖਿਆ, ਪਹਿਲੇ ਅਧਿਆਏ ਅਤੇ ਦੂਜੇ ਅਧਿਆਏ ਵਿੱਚ ਕਿਵੇਂ ਪ੍ਰਭੂ ਸਾਨੂੰ ਬੁਲਾਉਂਦਾ ਹੈ, ਅੰਦਰੂਨੀ ਬੁਲਾਹਟ। ਉਹ ਜਦੋਂ ਬੁਲਾਹਟ ਆ ਗਈ ਸਾਡੇ ਜੀਵਨ ਬਦਲ ਗਿਆ, ਅਤੇ ਹੁਣ ਅਸੀਂ ਇਹ ਲੋਕਾਂ ਦੀ ਪਰਵਾਹ ਕਰਨੀ ਬੰਦ ਕਰ ਦਿੱਤੀ ਕਿ ਲੋਕ ਸਾਡੇ ਬਾਰੇ ਕੀ ਕਹਿੰਦੇ ਹਨ। ਅਸੀਂ ਪ੍ਰਭੂ ਦੇ ਨਾਲ ਚੱਲਣਾ ਸ਼ੁਰੂ ਕਰ ਦਿੱਤਾ, ਚਾਹੇ ਲੋਕ ਚੁਗਲੀਆਂ ਕਰਦੇ ਹਨ, ਚਾਹੇ ਲੋਕ ਬੁਰਾ ਕਹਿੰਦੇ ਹਨ, ਸਾਨੂੰ ਪ੍ਰਭੂ ਦੇ ਨਾਲ ਚੱਲਣ ਦੀ ਲੋੜ ਹੈ। ਅਤੇ ਕਿਉਂਕਿ ਇਹ ਅੰਦਰੂਨੀ ਬੁਲਾਹਟ ਜਦੋਂ ਆ ਗਈ, ਪ੍ਰਭੂ ਯਿਸੂ ਮਸੀਹ ਨੇ ਕਿਹਾ ਕਿ ਮੈਂ ਆਪਣਾ ਪਵਿੱਤਰ ਆਤਮਾ ਘੱਲਾਂਗਾ ਅਤੇ ਉਹ ਲੋਕਾਂ ਨੂੰ ਸੱਚ ਬਾਰੇ ਦੱਸੇਗਾ, ਮੇਰੇ ਸੱਚ ਬਾਰੇ। ਅਤੇ ਪ੍ਰਭੂ ਨੇ ਜਦੋਂ ਆਪਣਾ ਆਤਮਾ ਸਾਡੇ ਉੱਤੇ ਘੱਲਿਆ ਅਤੇ ਸਾਡੇ ਦਿਲਾਂ ਨੂੰ ਖੋਲ੍ਹ ਦਿੱਤਾ, ਸਾਡੀਆਂ ਅੱਖਾਂ ਨੂੰ ਖੋਲ੍ਹ ਦਿੱਤਾ, ਅਤੇ ਅਸੀਂ ਆਪਣੇ ਦੁਆਰਾ ਨਹੀਂ ਬਚਾਏ ਗਏ, ਅਸੀਂ ਪਵਿੱਤਰ ਆਤਮਾ ਦੇ ਕੰਮ ਕਰਨ ਦੁਆਰਾ ਬਚਾਏ ਗਏ। ਅਤੇ ਜਦੋਂ ਅਸੀਂ ਪ੍ਰਚਾਰ ਸੁਣਿਆ, ਪਹਿਲਾਂ ਕਿੰਨੀ ਵਾਰੀ ਅਸੀਂ ਪ੍ਰਚਾਰ ਸੁਣਿਆ ਅਤੇ ਸਾਡੇ ਦਿਲਾਂ 'ਚ ਕੁਛ ਨਹੀਂ ਆਇਆ ਹੋਇਆ, ਕੁਛ ਚੇਂਜ ਤਬਦੀਲੀ ਨਹੀਂ ਆਈ, ਪਰ ਜਦੋਂ ਪਵਿੱਤਰ ਆਤਮਾ ਨੇ ਸਾਡੇ ਦਿਲਾਂ ਨੂੰ ਕਾਇਲ ਕੀਤਾ ਅਤੇ ਅਸੀਂ ਆਪਣੇ ਪਾਪਾਂ ਤੋਂ ਤੌਬਾ ਕੀਤੀ ਅਤੇ ਅਸੀਂ ਪ੍ਰਭੂ ਦੇ ਵੱਲ ਮੁੜ ਆਏ। ਅਤੇ ਇਹੀ ਅੱਜ ਅਸੀਂ ਦੇਖਦੇ ਹਾਂ ਕਿ ਪੌਲੁਸ ਕਹਿ ਰਿਹਾ ਹੈ ਕਿ ਕਿਉਂਕਿ ਤੁਸੀਂ ਬੁਲਾਏ ਹੋਏ ਹੋ, ਇਸ ਲਈ ਤੁਹਾਡੀ ਜੋ ਬੁਲਾਹਟ ਹੈ, ਤੁਹਾਡੀ ਜਿਹੜੀ ਕਾਲ ਹੈ, ਉਹਦੇ ਅਨੁਸਾਰ ਆਪਣੇ ਜੀਵਨ ਨੂੰ ਢਾਲ ਲਵੋ। ਅਤੇ ਪਹਿਲੀਆਂ ਜਿਹੜੀਆਂ 3 ਗੱਲਾਂ ਮੈਂ ਦੇਖਦਾ ਹਾਂ ਜੋ ਕਿ ਚਰਚ ਨੂੰ ਲਿਖੀਆਂ ਗਈਆਂ ਹਨ, ਕਲੀਸਿਆਵਾਂ ਨੂੰ ਲਿਖੀਆਂ ਗਈਆਂ ਹਨ, ਉਹ ਇਹ ਹਨ ਕਿ ਤੁਸੀਂ ਹਲੀਮੀ ਦੇ ਵਿੱਚ ਚੱਲਦੇ ਰਹੋ, ਅਤੇ ਤੁਸੀਂ ਨਰਮਾਈ ਅਤੇ ਧੀਰਜ ਵਿੱਚ ਚੱਲਦੇ ਰਹੋ। 3 ਗੱਲਾਂ। ਅਤੇ ਬਾਕੀ ਹੋਰ ਵੀ ਕਈ ਗੱਲਾਂ ਹਨ ਜੋ ਕਿ ਕਲੀਸਿਆਵਾਂ ਨੂੰ ਕਹੀਆਂ ਹੈ ਖੁਦਾਵੰਦ ਨੇ, ਉਹ ਅਸੀਂ ਅਗਲੇ ਹਫ਼ਤੇ ਵੀ ਦੇਖਾਂਗੇ 4 ਆਇਤ ਤੋਂ। ਪਰ ਅੱਜ ਮੈਂ 3 ਗੱਲਾਂ ਕਰਨਾ ਚਾਹੁੰਦਾ ਹਾਂ ਕਿ ਪਹਿਲੀ ਕਿਹੜੀ ਹੈ ਕਿ ਹਿਊਮਿਲਿਟੀ, ਜੋ ਕਿ ਅਧੀਨਗੀ। ਹਰੇਕ ਜੋ ਚਰਚ ਵਿੱਚ ਵਿਸ਼ਵਾਸੀ ਹੈ ਉਹਨਾਂ ਨੂੰ ਪ੍ਰਭੂ ਯਿਸੂ ਮਸੀਹ ਦੇ ਅੰਦਰ ਅਧੀਨ ਹੋਣਾ ਚਾਹੀਦਾ ਹੈ ਕਿ ਜੇ ਅਸੀਂ ਆਪਣੀ ਕਲੀਸਿਆ ਦੀ ਏਕਤਾ ਨੂੰ ਬਰਕਰਾਰ ਰੱਖਣਾ ਹੈ ਤਾਂ ਸਾਨੂੰ ਇਹ 3 ਚੀਜ਼ਾਂ ਸਮਝਣ ਅਤੇ ਕਰਨ ਦੀ ਲੋੜ ਹੈ। ਉਹ ਇਹ ਹੈ, ਪਹਿਲੀ ਗੱਲ ਕਿ ਸਾਨੂੰ ਅਧੀਨਗੀ ਵਿੱਚ ਰਹਿਣਾ ਚਾਹੀਦਾ ਹੈ ਅਤੇ ਸਾਨੂੰ ਨਰਮਾਈ ਅਤੇ ਧੀਰਜ ਵਿੱਚ ਰਹਿਣ ਦੀ ਲੋੜ ਹੈ। 3 ਗੱਲਾਂ ਤਾਂ ਹੋਰ ਵੀ ਕਈ ਪੌਲੁਸ ਲਿਖਦਾ ਹੈ, ਪਰ ਅੱਜ ਦੇ ਪ੍ਰਚਾਰ ਵਿੱਚ ਮੈਂ 3 ਗੱਲਾਂ ਦੱਸਣੀਆਂ ਚਾਹੁੰਦਾ ਹਾਂ ਜੋ ਕਿ ਪੌਲੁਸ ਸਾਨੂੰ ਸਾਫ਼-ਸਾਫ਼ ਦੱਸ ਰਿਹਾ ਹੈ ਇਸ ਖੱਤ ਵਿੱਚ। ਪਹਿਲੀ ਗੱਲ ਅਧੀਨਗੀ। ਪ੍ਰਭੂ ਯਿਸੂ ਮਸੀਹ ਨੇ ਕਿਹਾ यूहन्ना ਦੇ ਇੰਜੀਲ ਉਹਦੇ 15 ਅਧਿਆਏ 'ਚ ਕਿ ਮੈਂ ਪੇੜ ਹਾਂ ਅਤੇ ਤੁਸੀਂ ਟਾਹਣੀਆਂ ਹੋ, ਟਾਹਣੀਆਂ ਜੋ ਕਿ ਫਲ ਲੈ ਕੇ ਆਉਂਦੀਆਂ ਹਨ। Jesus says, I am the vine and you are the branches। ਅਤੇ ਯਿਸੂ ਮਸੀਹ ਕਹਿੰਦਾ ਹੈ ਕਿ ਮੇਰੇ ਤੋਂ ਬਿਨਾਂ ਤੁਸੀਂ ਫਲ ਨਹੀਂ ਲਿਆ ਸਕਦੇ। ਅਤੇ ਜੇ ਅਸੀਂ ਫਲ ਲਿਆਉਣਾ ਚਾਹੁੰਦੇ ਹਾਂ, ਮਸੀਹ ਫਲ ਆਪਣੀ ਜ਼ਿੰਦਗੀ 'ਚ ਜੋ ਕਿ ਪ੍ਰਭੂ ਦੀ ਮਹਿਮਾ ਨੂੰ ਦਰਸਾਉਂਦਾ ਹੈ, ਸਾਨੂੰ ਪ੍ਰਭੂ ਦੇ ਅਧੀਨ ਹੋਣ ਦੀ ਲੋੜ ਹੈ। ਪ੍ਰਭੂ ਦੇ ਅਧੀਨ ਹੋਣ ਦੀ ਲੋੜ ਹੈ ਅਤੇ ਸਾਨੂੰ ਇੱਕ ਦੂਜੇ ਦੇ ਅਧੀਨ ਹੋਣ ਦੀ ਲੋੜ ਹੈ। ਚਰਚ ਵਿੱਚ, ਕਲੀਸਿਆ ਦੇ ਵਿੱਚ ਅਸੀਂ ਦੇਖਦੇ ਹਾਂ ਕਿੰਨੇ ਤਰ੍ਹਾਂ ਦੇ ਅੰਗ ਹੁੰਦੇ ਹਨ, ਜਿਵੇਂ ਕਿ ਪ੍ਰਚਾਰਕ ਹੁੰਦਾ ਹੈ ਜਾਂ ਪਾਸਟਰ ਹੁੰਦਾ ਹੈ ਜਾਂ ਡੀਕਨ ਹੁੰਦਾ ਹੈ ਜਾਂ ਹੁੰਦੇ ਹਨ ਚਰਚ ਦੇ ਮੈਂਬਰ ਹੁੰਦੇ ਹਨ ਜੋ ਕਿ ਕਲੀਸਿਆਵਾਂ ਦਾ ਹਿੱਸਾ ਹਨ। ਅਤੇ ਇੱਕ ਕਲੀਸਿਆ ਦੇ ਵਿੱਚ ਕਈ ਤਰ੍ਹਾਂ ਦੇ ਲੋਕ ਹੁੰਦੇ ਹਨ ਜਿਨ੍ਹਾਂ ਨੂੰ ਡਿਫਰੈਂਟ ਤਰ੍ਹਾਂ ਦੀ ਮਿਨਿਸਟਰੀ ਦਿੱਤੀ ਹੋਈ ਹੁੰਦੀ ਹੈ ਪ੍ਰਭੂ ਨੇ।
ਅਤੇ ਸਾਨੂੰ ਬਾਈਬਲ ਦੱਸਦੀ ਹੈ ਕਿ ਸਾਨੂੰ ਇੱਕ ਦੂਜੇ ਦੇ ਅਧੀਨ ਹੋਣਾ ਚਾਹੀਦਾ ਹੈ। ਪਹਿਲਾ ਅਧੀਨਗੀ ਸਾਡੀ ਇਹ ਹੈ ਕਿ ਅਸੀਂ ਪ੍ਰਭੂ ਦੇ ਅਧੀਨ ਹੋਈਏ, ਦੂਜਾ ਅਸੀਂ ਪ੍ਰਭੂ ਦੇ ਵਚਨ ਦੇ ਅਧੀਨ ਹੋਈਏ, ਅਤੇ ਤੀਜਾ ਅਸੀਂ ਇੱਕ ਦੂਜੇ ਦੇ ਅਧੀਨ ਹੋਈਏ। ਅਧੀਨ ਸਾਨੂੰ ਉਹਨਾਂ ਲੋਕਾਂ ਦੇ ਅੰਦਰ ਹੋਣਾ ਚਾਹੀਦਾ ਹੈ ਜੋ ਕਿ ਪ੍ਰਭੂ ਦੀ ਸੇਵਕਾਈ ਕਰਦੇ ਹਨ ਅਤੇ ਪ੍ਰਭੂ ਦੇ ਗੱਲਾਂ ਉੱਤੇ ਚੱਲਦੇ ਹਨ। ਉਹਨਾਂ ਦੇ ਅਧੀਨ ਹੋਣ ਦਾ ਕੀ ਫਾਇਦਾ ਜੋ ਕਿ ਪਾਪ ਵਿੱਚ ਫਸੇ ਹਨ, ਜਾਂ ਜੋ ਚਰਚ ਦੇ ਵਿੱਚ ਵੀ ਆਪਣਾ ਇੱਕ ਰੁਤਬਾ ਬਣਾਉਣ ਦੀ ਕੋਸ਼ਿਸ਼ ਕਰਦੇ ਹਨ ਅਤੇ ਦੂਸਰੇ ਲੋਕਾਂ ਨੂੰ ਆਪਣੇ ਅੰਦਰ ਰੱਖਣ ਦੀ ਜਾਂ ਆਪਣੇ ਕੰਟਰੋਲ ਦੇ ਵਿੱਚ ਰੱਖਣ ਦੀ ਕੋਸ਼ਿਸ਼ ਕਰਦੇ ਹਨ। ਉਹ ਤਾਂ ਚੀਜ਼ ਫਿਰ ਗਲਤ ਹੋ ਗਈ। ਪ੍ਰੇਮ ਦੇ ਅਧੀਨ, ਪ੍ਰੇਮ ਵਿੱਚ ਅਧੀਨ ਹੋ ਕੇ ਚੱਲਣ ਦੀ ਪੌਲੁਸ ਇੱਕ ਹਿਦਾਇਤ ਦਿੰਦਾ ਹੈ। ਅਤੇ ਜੇ ਅਸੀਂ ਅਧੀਨ ਨਹੀਂ ਹੋਵਾਂਗੇ ਅਤੇ ਫਿਰ ਅਸੀਂ ਆਪਣੀਆਂ ਗੱਲਾਂ ਬਣਾ ਕੇ ਮਸੀਹੀਅਤ ਵਿੱਚ ਚੱਲਾਂਗੇ, ਉਹ ਗੱਲਾਂ ਕਈ ਵਾਰੀ ਗਲਤ ਸਾਬਿਤ ਹੋ ਜਾਂਦੀਆਂ ਹਨ। ਅਸੀਂ ਜੇ ਪ੍ਰਭੂ ਯਿਸੂ ਮਸੀਹ ਦੀ ਜ਼ਿੰਦਗੀ ਨੂੰ ਵੀ ਦੇਖੀਏ, ਪ੍ਰਭੂ ਯਿਸੂ ਮਸੀਹ ਵੀ ਆਪਣੇ ਪਿਤਾ ਦੇ ਅਧੀਨ ਹੋ ਗਿਆ। ਪ੍ਰਭੂ ਯਿਸੂ ਮਸੀਹ ਪਵਿੱਤਰ ਆਤਮਾ ਨਾਲ ਭਰਿਆ ਹੋਇਆ ਸੀ ਅਤੇ ਉਸਨੇ ਆਪਣੇ ਪਿਤਾ ਦੀ ਹਰੇਕ ਗੱਲ ਨੂੰ ਮੱਦੇਨਜ਼ਰ ਰੱਖ ਕੇ ਉਸ ਦੀ ਪਾਲਣਾ ਕੀਤੀ। ਅਤੇ ਪ੍ਰਭੂ ਚਾਹੁੰਦਾ ਹੈ ਕਿ ਅਸੀਂ ਵੀ ਖੁਦਾਵੰਦ ਦੀਆਂ ਗੱਲਾਂ ਦੀ ਪਾਲਣਾ ਕਰੀਏ, ਅਧੀਨ ਰਹਿ ਕੇ, ਆਪਣੇ ਆਪ ਨੂੰ ਹਲੀਮ ਕਰਕੇ। ਹਲੀਮੀ ਇੱਕ ਮਸੀਹੀ ਜੀਵਨ ਵਿੱਚ ਹੋਣੀ ਬਹੁਤ ਹੀ ਜ਼ਰੂਰੀ ਹੈ। ਜੇ ਸਾਡੇ ਅੰਦਰ ਘਮੰਡ ਹੈ ਅਤੇ ਅਸੀਂ ਆਪਣੀ ਗੱਲ ਮਨਵਾਉਣਾ ਚਾਹੁੰਦੇ ਹਾਂ ਲੋਕਾਂ ਦੇ ਕੋਲ ਜਾ ਕੇ, ਅਤੇ ਕਿਸੇ ਹੋਰ ਗੱਲ ਦੀ ਕਦਰ ਨਾ ਕਰੀਏ ਜਾਂ ਕਿਸੇ ਹੋਰ ਲੋਕਾਂ ਦੀ ਕਦਰ ਨਾ ਕਰੀਏ ਚਰਚਾਂ ਦੇ ਵਿੱਚ, ਤਾਂ ਫਿਰ ਉਹ ਗੱਲ ਸਹੀ ਨਹੀਂ ਹੈ। ਅਤੇ ਜੇ ਅਸੀਂ ਇੱਦਾਂ ਨਹੀਂ ਕਰਦੇ ਤਾਂ ਫਿਰ ਚਰਚ ਦੀ ਜਿਹੜੀ ਇੱਕ ਏਕਤਾ ਹੈ, ਚਰਚ ਦਾ ਇੱਕ ਜੋ ਗੜ੍ਹ ਹੈ, ਜਾਂ ਸਾਡਾ ਇੱਕ ਜੋ ਸੰਗਤ ਹੈ, ਉਹ ਫਿਰ ਕਿਤੇ ਨਾ ਕਿਤੇ ਖਰਾਬ ਹੋ ਜਾਂਦੀ ਹੈ। ਇਸ ਲਈ ਪ੍ਰਭੂ ਚਾਹੁੰਦਾ ਹੈ ਕਿ ਹਰੇਕ ਇਨਸਾਨ ਜੋ ਹੈ ਚਰਚ ਵਿੱਚ, ਹਰੇਕ ਮੈਂਬਰ ਜੋ ਹੈ, ਹਰੇਕ ਮਸੀਹ ਭਾਈ ਭੈਣ ਜੋ ਹੈ, ਉਹ ਖੁਦਾਵੰਦ ਦੇ ਅਧੀਨ ਰਹਿ ਕੇ ਇੱਕ ਦੂਸਰੇ ਨਾਲ ਪ੍ਰੇਮ ਰੱਖ ਕੇ ਇੱਕ ਚਰਚ ਦੀ ਕਲੀਸਿਆ ਦੀ ਏਕਤਾ ਦੇ ਵਿੱਚ ਸੰਪੂਰਨ ਯੋਗ ਦੇਵੇ। ਦੂਸਰੀ ਗੱਲ ਇਹ ਹੈ ਕਿ ਸਾਨੂੰ ਇੱਕ ਦੂਸਰੇ ਨਾਲ ਨਰਮਾਈ ਨਾਲ ਪੇਸ਼ ਆਉਣਾ ਚਾਹੀਦਾ ਹੈ। ਹੁਣ ਜੇ ਅਸੀਂ ਪ੍ਰਭੂ ਯਿਸੂ ਮਸੀਹ ਦੀ ਵੀ ਗੱਲ ਕਰੀਏ, ਅਤੇ ਪ੍ਰਭੂ ਯਿਸੂ ਮਸੀਹ ਜਦੋਂ ਆਪਣੇ ਚੇਲਿਆਂ ਨਾਲ ਤੁਰਦਾ ਸੀ ਅਤੇ ਉਹਨਾਂ ਨੂੰ ਆਪਣੀਆਂ ਗੱਲਾਂ ਨੂੰ ਸਿਖਾਉਂਦਾ ਸੀ, ਕਈ ਵਾਰੀ ਚੇਲਿਆਂ ਨੂੰ ਉਹ ਗੱਲਾਂ ਨਹੀਂ ਸਮਝ ਆਉਂਦੀਆਂ ਸਨ। ਫਿਰ ਪ੍ਰਭੂ ਯਿਸੂ ਮਸੀਹ ਉਹਨਾਂ ਨੂੰ ਇਕਾਂਤ ਵਿੱਚ ਬਿਠਾ ਕੇ ਫਿਰ ਉਹ ਗੱਲ ਨੂੰ ਸਮਝਾਉਂਦਾ ਸੀ। ਅਸੀਂ ਕਿੰਨੀਆਂ ਕਹਾਵਤਾਂ ਦੇਖਦੇ ਹਾਂ, ਪੈਰਾਬਲਸ ਆਫ ਜੀਸਸ ਕ੍ਰਾਈਸਟ, ਜਦੋਂ ਉਹਨਾਂ ਨੂੰ ਨਹੀਂ ਸਮਝ ਆਉਂਦੀ ਸੀ, ਪ੍ਰਭੂ ਉਹਨਾਂ ਨੂੰ ਸਮਝਾਉਂਦਾ ਸੀ। ਪ੍ਰਭੂ ਉਹਨਾਂ ਨਾਲ ਨਰਮਾਈ ਨਾਲ ਪੇਸ਼ ਆਉਂਦਾ ਸੀ। ਅਤੇ ਪ੍ਰਭੂ ਬਹੁਤ ਹੀ ਨਰਮ ਦਿਲ ਹੈ, ਉਹ ਬਹੁਤ ਹੀ ਜੈਂਟਲ ਹੈ। ਅਤੇ ਸਾਨੂੰ ਚਾਹੀਦਾ ਹੈ ਕਿ ਸਾਡੀ ਜ਼ਿੰਦਗੀ ਵਿੱਚ ਵੀ ਨਰਮਾਈ ਹੋਣੀ ਚਾਹੀਦੀ ਹੈ। ਕਈ ਲੋਕਾਂ ਦੀ ਜ਼ਿੰਦਗੀ 'ਚ ਨਰਮਾਈ ਨਹੀਂ ਹੈ ਜਾਂ ਨਹੀਂ ਸੀ, ਪਰ ਉਹ ਹੁਣ ਬਦਲ ਗਏ, ਪਰ ਕਈ ਲੋਕ ਹਾਲੇ ਵੀ ਬਦਲੇ ਨਹੀਂ ਹਨ। ਕਈ ਵਾਰੀ ਕੀ ਹੁੰਦਾ ਹੈ, ਜੇ ਅਸੀਂ ਕਿਸੇ ਵਿਸ਼ਵਾਸੀ ਨੂੰ 10 ਸਾਲ ਪਹਿਲਾਂ ਮਿਲੇ ਹੁੰਦੇ ਹਾਂ, ਸ਼ਾਇਦ ਉਹ ਸਾਡੇ ਨਾਲ ਨਰਮ ਨਾ ਪੇਸ਼ ਆਇਆ ਹੋਵੇ, ਪਰ ਇਸ ਦਾ ਮਤਲਬ ਇਹ ਨਹੀਂ ਹੈ ਕਿ ਉਹ ਇਨਸਾਨ 10 ਸਾਲ ਤੋਂ ਬਾਅਦ ਚੇਂਜ ਨਾ ਹੋਇਆ ਹੋਵੇ। ਕਈ ਵਾਰੀ ਸਾਨੂੰ ਲੱਗਦਾ ਹੈ ਇੱਕ ਇਨਸਾਨ ਇੱਕੋ ਤਰ੍ਹਾਂ ਦਾ ਹੀ ਜੀਵਨ ਬਿਤਾਉਂਦਾ ਹੈ, ਪਰ ਅਸੀਂ ਦੇਖਦੇ ਹਾਂ ਕਿ ਹਰੇਕ ਮਸੀਹੀ ਇਨਸਾਨ, ਭਾਈ ਜਾਂ ਭੈਣ, ਜੇ ਉਹ ਪ੍ਰਭੂ ਦੇ ਦੁਆਰਾ ਬਚਾਇਆ ਹੈ ਅਤੇ ਉਹ ਪ੍ਰਭੂ ਦੀ ਕਿਰਪਾ ਵਿੱਚ ਵੀ ਵੱਧ ਰਹੇ ਹਨ। ਅਤੇ ਕਈ ਵਾਰੀ ਤੁਹਾਨੂੰ ਇੱਕ ਸਰਪ੍ਰਾਈਜ਼ ਲੱਗੇਗਾ ਜੇ ਤੁਸੀਂ ਇੱਕ ਵਿਸ਼ਵਾਸੀ ਨੂੰ ਮਿਲੇ ਹੋ 10 ਜਾਂ 15 ਸਾਲ ਪਹਿਲਾਂ, ਜਾਂ 6 ਸਾਲ ਪਹਿਲਾਂ, ਜਾਂ 5 ਸਾਲ ਪਹਿਲਾਂ, ਅਤੇ ਉਹਨਾਂ ਵਿੱਚ ਨਾ ਤਾਂ ਕੋਈ ਇੰਨੇ ਮਸੀਹੀ ਗੁਣ ਸਨ, ਪਰ ਜੇ ਹੁਣ ਤੁਸੀਂ ਉਹਨਾਂ ਨੂੰ ਮਿਲੋਗੇ ਤਾਂ ਉਹਨਾਂ 'ਚ ਕਿੰਨੇ ਗੁਣ ਹੋ। ਅਤੇ ਫਿਰ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਉਹ ਇਨਸਾਨ ਹੁਣ ਵੀ ਉੱਦਾਂ ਦਾ ਜੀਵਨ ਹੀ ਜੀ ਰਿਹਾ ਹੈ। ਇਸੇ ਕਰਕੇ ਪੌਲੁਸ ਬਾਰ-ਬਾਰ ਇਹ ਖੱਤ ਵਿੱਚ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਆਪਣੇ ਦਿਲਾਂ ਨੂੰ, ਆਪਣੀ ਜ਼ਿੰਦਗੀਆਂ ਨੂੰ ਜਾਂਚਣ ਦੀ ਲੋੜ ਹੈ ਅਤੇ ਸਾਨੂੰ ਨਰਮਾਈ ਨਾਲ ਪੇਸ਼ ਆਉਣ ਦੀ ਲੋੜ ਹੈ ਦੂਜੇ ਲੋਕਾਂ ਦੇ ਤਰਫ। ਅਤੇ ਨਰਮਾਈ ਅੱਜ ਕੱਲ੍ਹ ਦੇ ਜ਼ਮਾਨੇ 'ਚ ਤਾਂ ਬਹੁਤ ਹੀ ਘੱਟ ਮਿਲਦੀ ਹੈ, ਕਿਉਂਕਿ ਹਰੇਕ ਇਨਸਾਨ ਨੂੰ ਜੇ ਅਸੀਂ ਦੇਖੀਏ, ਉਹ ਤਾਂ ਰੂਥਲੈਸ ਹੋਇਆ ਪਿਆ ਹੈ ਨਾ। ਰੂਥਲੈਸ ਮਤਲਬ ਕਿ ਜਿੱਤਣਾ ਚਾਹੁੰਦਾ ਹੈ। ਜ਼ਿੰਦਗੀ ਸਿਰਫ ਜੇਤੂਆਂ ਲਈ ਹੈ, ਹਾਰੇ ਹੋਏ ਲੋਕਾਂ ਲਈ ਨਹੀਂ ਹੈ। ਜੀਵਨ ਜਿਹੜਾ ਹੈ ਇਹ ਹੈ ਦੁਨੀਆ ਦੇ ਹਿਸਾਬ ਦੇ ਨਾਲ ਵੀ ਅਸੀਂ ਜਿੱਤੀਏ, ਅਸੀਂ ਫਤਿਹ ਪਾਈਏ, ਅਸੀਂ ਆਪਣੇ ਆਪ ਨੂੰ ਵੱਡਾ ਸਾਬਿਤ ਕਰ ਲਈਏ।
ਨਰਮਾਈ ਦੀ ਤਾਂ ਕੋਈ ਥਾਂ ਹੀ ਨਹੀਂ ਬਚੀ ਸਾਡੀ ਜ਼ਿੰਦਗੀ 'ਚ। ਅਤੇ ਅੱਜ ਕੱਲ੍ਹ ਗੀਤ ਜਾਂ ਅੱਜ ਕੱਲ੍ਹ ਦੀਆਂ ਫਿਲਮਾਂ ਜੋ ਵੀ ਅਸੀਂ ਦੇਖਦੇ ਹਾਂ ਜਾਂ ਸੁਣਦੇ ਹਾਂ, ਜਾਂ ਅਸੀਂ ਬਾਹਰ ਵੀ ਜਾ ਕੇ ਦੇਖਦੇ ਹਾਂ, ਕੰਮਾਂ ਉੱਤੇ ਵੀ ਦੇਖਦੇ ਹਾਂ ਵੀ ਕਿਵੇਂ ਲੋਕ ਇੱਕ ਦੂਜੇ ਨਾਲ ਕੰਪੀਟ ਕਰਦੇ ਹਨ। ਨਰਮ ਦਿਲ ਦਾ ਤਾਂ ਕੋਈ ਥਾਂ ਹੀ ਨਹੀਂ ਬਚਿਆ। ਪਰ ਪ੍ਰਭੂ ਕਹਿੰਦਾ ਹੈ ਕਿ ਸਾਡੇ ਕਲੀਸਿਆਵਾਂ ਦੇ ਵਿੱਚ ਨਰਮ ਦਿਲ ਵਾਲੇ ਲੋਕ ਹੋਣੇ ਚਾਹੀਦੇ ਹਨ। ਕਿਉਂਕਿ ਜਦੋਂ ਅਸੀਂ ਮਸੀਹ ਬਣ ਗਏ, ਜਦੋਂ ਅਸੀਂ ਪ੍ਰਭੂ ਕੋਲ ਆ ਗਏ, ਅਸੀਂ ਆਪਣੇ ਮਨਾਂ ਨੂੰ ਖੁਦਾਵੰਦ ਦੇ ਨਾਲ ਜੋੜ ਲਿਆ ਅਤੇ ਸਾਡੇ ਮਨ ਟੁੱਟ ਗਏ ਪਾਪ ਦੇ ਕਰਕੇ। ਅਸੀਂ ਪਾਪ ਨੂੰ ਜਾਣ ਲਿਆ ਅਤੇ ਪਾਪ ਦੀ ਸਜ਼ਾ ਨੂੰ ਜਾਣ ਲਿਆ, ਅਤੇ ਪਾਪ ਦੇ ਜੋ ਹੁੰਦੇ ਸਨ, ਜੋ ਕਿ ਪਰਿਣਾਮ ਹੁੰਦੇ ਆ, ਕੌਨਸੀਕੁਐਂਸ ਜੋ ਕਿ ਪਾਪ ਦੇ ਹਨ, ਉਹ ਬਹੁਤ ਹੀ ਖਰਾਬ ਹਨ। ਉਸਦੇ ਕਰਕੇ ਸਾਡਾ ਦਿਲ ਟੁੱਟ ਗਿਆ। ਇਹ ਚੰਗੀ ਗੱਲ ਹੈ। ਪ੍ਰਭੂ ਚਾਹੁੰਦਾ ਹੈ ਕਿ ਸਾਡੇ ਦਿਲ ਟੁੱਟੇ ਹੋਣ, ਸਾਡੇ ਦਿਲ ਨਰਮ ਬਣ ਜਾਣ, ਤਾਂ ਕਿ ਅਸੀਂ ਪ੍ਰਭੂ ਦੇ ਵਾਂਗਰ ਇੱਕ ਦੂਜੇ ਨੂੰ ਅਪਣਾਈਏ, ਇੱਕ ਦੂਜੇ ਨੂੰ ਹੁੰਗਾਰਾ ਦੇਈਏ ਅਤੇ ਸੱਚ ਬੋਲੀਏ ਇੱਕ ਦੂਜੇ ਨਾਲ। ਅਤੇ ਜੇ ਚਰਚਾਂ ਦੇ ਵਿੱਚ ਨਰਮਾਈ ਨਹੀਂ ਹੈ ਤਾਂ ਫਿਰ ਓਬਵੀਅਸਲੀ ਲੋਕਾਂ ਨੇ ਇੱਕ ਦੂਜੇ ਤੋਂ ਤਾਂ ਟੁੱਟ ਹੀ ਜਾਣਾ ਹੈ। ਅਤੇ ਨਰਮਾਈ ਜੇ ਨਹੀਂ ਹੋਵੇਗੀ ਅਤੇ ਫਿਰ ਚੁਗਲੀਆਂ ਹੋਣਗੀਆਂ ਉੱਥੇ, ਈਰਖਾ ਹੋਵੇਗੀ ਉੱਥੇ, ਇੱਕ ਦੂਜੇ ਦਾ ਤਿਰਸਕਾਰ ਹੋਵੇਗਾ, ਅਤੇ ਇਹਦੇ ਨਾਲ ਪ੍ਰਭੂ ਦੇ ਨਾਮ ਨੂੰ ਵੀ ਤਿਰਸਕਾਰ ਹੋਵੇਗਾ। ਇਸ ਕਰਕੇ ਸਾਨੂੰ ਦੇਖਣ ਦੀ ਲੋੜ ਹੈ ਕਿ ਅਸੀਂ ਜੇ ਆਪਣਾ ਚਾਲ ਖੁਦਾਵੰਦ ਦੇ ਨਾਲ ਸਹੀ ਰੱਖਾਂਗੇ ਅਤੇ ਉਹਦੇ ਨਾਲ ਹੀ ਅਸੀਂ ਲੋਕਾਂ ਨੂੰ ਸਾਬਿਤ ਕਰ ਸਕਾਂਗੇ ਕਿ ਸਾਡਾ ਹੁਣ ਜੀਵਨ ਬਦਲ ਗਿਆ ਹੈ ਅਤੇ ਅਸੀਂ ਪ੍ਰਭੂ ਦੇ ਨਾਲ ਤੁਰਦੇ ਹਾਂ। ਫਿਰ ਤੀਜੀ ਗੱਲ, ਪੌਲੁਸ ਕਹਿੰਦਾ ਹੈ ਕਿ ਸਾਨੂੰ ਧੀਰਜ ਰੱਖਣ ਦੀ ਲੋੜ ਹੈ। ਧੀਰਜ ਸਹਿਤ ਪ੍ਰੇਮ ਨਾਲ ਇੱਕ ਦੂਜੇ ਦੀ ਸਹਿ ਲਵੋ। ਇੱਕ ਦੂਜੇ ਦੀ ਗੱਲ ਸਹਿਣੀ ਬਹੁਤ ਜ਼ਰੂਰੀ ਹੈ। ਹਾਂ, ਜੇ ਕੋਈ ਇਨਸਾਨ ਬੁਰੀ ਗੱਲ ਕਰਦਾ ਹੈ ਜਾਂ ਕੋਈ ਪੁੱਠੀ ਗੱਲ ਕਰਦਾ ਹੈ ਇੱਕ ਦੂਸਰੇ ਦੇ ਨਾਲ, ਫਿਰ ਓਬਵੀਅਸਲੀ ਉਹ ਤਾਂ ਅਸੀਂ ਐਕਸੈਪਟ ਨਹੀਂ ਕਰ ਸਕਦੇ। ਪਰ ਪ੍ਰਭੂ ਕਹਿੰਦਾ ਹੈ ਕਿ ਹਰੇਕ ਮਸੀਹੀ ਭਾਈ ਭੈਣ ਇੱਕ ਦੂਜੇ ਨਾਲ ਸਹਿਮਤ ਹੋ ਜਾਵੇ, ਧੀਰਜ ਰੱਖੇ ਇੱਕ ਦੂਜੇ ਨਾਲ। ਅਤੇ ਧੀਰਜ ਜਿਹੜਾ ਵਰਡ ਇੰਗਲਿਸ਼ 'ਚ ਪੇਸ਼ੈਂਸ ਉਹਨੂੰ ਕਹਿੰਦੇ ਹਨ, ਪੇਸ਼ੈਂਸ। ਅਤੇ ਪੇਸ਼ੈਂਸ ਦਾ ਜਿਹੜਾ ਇੱਕ ਹੋਰ ਵਰਡ ਹੈ, ਉਹਦਾ ਇਕੁਅਲ ਵਰਡ ਹੈ, ਉਹ ਹੈ ਲੌਂਗ ਸਫਰਿੰਗ। ਲੌਂਗ ਸਫਰਿੰਗ, ਦੋ ਵਰਡ ਹੋ ਗਏ, ਲੌਂਗ ਸਫਰਿੰਗ। ਅਤੇ ਪ੍ਰਭੂ ਜੋ ਹੈ, ਪਿਤਾ ਜੋ ਹੈ, ਉਹ ਲੌਂਗ ਸਫਰਿੰਗ ਹੈ ਸਾਡੇ ਵੱਲ। ਉਹ ਕਿਵੇਂ? ਪ੍ਰਭੂ ਤੁਹਾਨੂੰ ਅਤੇ ਮੈਨੂੰ ਸਹਾਰਦਾ ਹੈ ਹਰੇਕ ਦਿਨ। ਹਾਲਾਂਕਿ ਅਸੀਂ ਮਸੀਹ ਹਾਂ, ਪਰ ਅਸੀਂ ਕਈ ਵਾਰੀ ਇੱਦਾਂ ਦੀਆਂ ਗੱਲਾਂ ਕਰਦੇ ਹਾਂ ਆਪਣੀ ਜ਼ਿੰਦਗੀ 'ਚ ਜੋ ਕਿ ਚੰਗੀਆਂ ਨਹੀਂ ਹਨ। ਕਈ ਵਾਰੀ ਅਸੀਂ ਇੱਦਾਂ ਦੀਆਂ ਗੱਲਾਂ ਕਰ ਲੈਂਦੇ ਹਾਂ ਜੋ ਕਿ ਪ੍ਰਭੂ ਨੂੰ ਪਸੰਦ ਨਹੀਂ ਹੁੰਦੀਆਂ, ਪਰ ਪ੍ਰਭੂ ਫਿਰ ਵੀ ਸਾਨੂੰ ਮਾਫ਼ ਕਰਦਾ ਹੈ। ਉਹ ਪ੍ਰਭੂ ਦੀ ਲੌਂਗ ਸਫਰਿੰਗ ਹੋ ਗਈ, ਪੇਸ਼ੈਂਸ ਹੋ ਗਈ। ਪ੍ਰਭੂ ਸਾਡੇ ਨਾਲ ਧੀਰਜ ਮਈ ਹੈ। ਅਤੇ ਅਸੀਂ ਜਦੋਂ ਬਚੇ ਵੀ ਨਹੀਂ ਸੀ, ਉਦੋਂ ਵੀ ਪ੍ਰਭੂ ਨੇ ਸਾਨੂੰ ਸਹਾਰਿਆ, ਸਾਡੇ ਬੁਰੇ ਕੰਮਾਂ ਨੂੰ ਸਹਾਰਿਆ। ਸਾਡੇ ਜੋ ਇੱਕ ਜੀਵਨ ਸੀ, ਜੋ ਸਾਡਾ ਜੀਵਨ ਪ੍ਰਭੂ ਦੇ ਜੀਵਨ ਤੋਂ ਬਹੁਤ ਹੀ ਅਲੱਗ ਸੀ, ਫਿਰ ਵੀ ਪ੍ਰਭੂ ਨੇ ਸਾਡੇ ਉੱਤੇ ਰਹਿਮ ਕੀਤਾ, ਆਪਣੀ ਪੇਸ਼ੈਂਸ ਸਾਡੇ ਉੱਤੇ ਜ਼ਾਹਰ ਕਰ ਦਿੱਤੀ, ਆਪਣਾ ਧੀਰਜ ਖੋਇਆ ਨਹੀਂ। ਅਤੇ ਲੌਂਗ ਸਫਰਿੰਗ ਦਾ ਵੀ ਇਹੀ ਅਰਥ ਹੈ ਕਿ ਪ੍ਰਭੂ ਬਹੁਤ ਸਮੇਂ ਤੱਕ ਸਾਨੂੰ ਮੌਕਾ ਦਿੰਦਾ ਹੈ, ਅਤੇ ਸਾਨੂੰ ਵੀ ਚਾਹੀਦਾ ਹੈ ਵੀ ਅਸੀਂ ਆਪਣੇ ਮਸੀਹ ਭਾਈ ਭੈਣਾਂ ਨੂੰ ਵੀ ਮੌਕਾ ਦੇਈਏ। ਜੇ ਉਹਨਾਂ ਕੋਲ ਕੋਈ ਗਲਤੀ ਹੋ ਗਈ, ਉਹਨਾਂ ਨੂੰ ਮਾਫ਼ ਕਰ ਦਈਏ ਅਤੇ ਉਹਨਾਂ ਨੂੰ ਆਪਣੇ ਨਾਲ ਜੋੜ ਲਈਏ। ਹਾਂ, ਜੇ ਉਹ ਨਹੀਂ ਜੋੜਨਾ ਚਾਹੁੰਦੇ, ਉਹ ਫਿਰ ਉਹਨਾਂ ਦੀ ਆਪਣੀ ਮਰਜ਼ੀ ਹੈ, ਉਹ ਤਾਂ ਆਪਾਂ ਕਿਸੇ ਨੂੰ ਫੋਰਸ ਨਹੀਂ ਕਰ ਸਕਦੇ। ਪਰ ਸਾਨੂੰ ਇੱਕ ਦੂਜੇ ਨਾਲ ਧੀਰਜ ਰੱਖਣ ਦੀ ਲੋੜ ਹੈ, ਇੱਕ ਦੂਜੇ ਦੀ ਗੱਲ ਨੂੰ ਸਹਿਣ ਦੀ ਲੋੜ ਹੈ। ਜੇ ਕੋਈ ਇਨਸਾਨ ਮੇਰੀ ਗੱਲ ਨਹੀਂ ਸਮਝ ਰਿਹਾ ਚਰਚ ਦੇ ਵਿੱਚ, ਉਹਦਾ ਮਤਲਬ ਇਹ ਥੋੜ੍ਹੀ ਹੈ ਕਿ ਮੈਂ ਉਸ ਨੂੰ ਬੁਰਾ ਕਹਿਣਾ ਸ਼ੁਰੂ ਕਰ ਦੇਵਾਂਗਾ ਜਾਂ ਉਸ ਦੀ ਚੁਗਲੀ ਕਰਨਾ ਸ਼ੁਰੂ ਕਰ ਦੇਵਾਂਗਾ। ਚਰਚਾਂ ਦੇ ਵਿੱਚ ਚੁਗਲੀ ਹੋਣੀ ਬਿਲਕੁਲ ਹੀ ਗਲਤ ਗੱਲ ਹੈ, ਈਰਖਾ। ਅਤੇ ਸਾਨੂੰ ਇੱਕ ਦੂਜੇ ਨਾਲ ਧੀਰਜ ਰੱਖਣ ਦੀ ਲੋੜ ਹੈ। ਈਰਖਾ ਤੋਂ ਦੂਰ ਭੱਜਣਾ ਚਾਹੀਦਾ ਹੈ, ਜੈਲਸੀ ਦੂਰ ਭੱਜਣਾ ਚਾਹੀਦਾ ਹੈ, ਅਤੇ ਇੱਕ ਦੂਜੇ ਨਾਲ ਇੱਕ ਮਨ ਹੋਣਾ ਚਾਹੀਦਾ ਹੈ, ਧੀਰਜ ਰੱਖਣਾ ਚਾਹੀਦਾ ਹੈ। ਜਿਵੇਂ ਪ੍ਰਭੂ ਸਾਡੇ ਨਾਲ ਧੀਰਜ ਰੱਖਦਾ ਹੈ, ਅਸੀਂ ਵੀ ਇੱਕ ਦੂਜੇ ਨਾਲ ਧੀਰਜ ਰੱਖੀਏ। ਅਸੀਂ ਇੱਕ ਦੂਜੇ ਨਾਲ ਗੁੱਸੇ ਨਾ ਹੋਈਏ। ਜਿੱਦਾਂ ਹੁਣ ਗੁੱਸੇ ਐਂਗਰ ਦਾ ਇੱਕ ਹੋਰ ਮਤਲਬ ਹੈ ਵੀ ਕੋਈ ਇਨਸਾਨ ਜੇ ਜਲਦੀ ਹੀ ਆਪਣਾ ਆਪਾ ਖੋਲ੍ਹ ਲੈਂਦਾ ਹੈ, ਉਸ ਨੂੰ ਸ਼ੋਰਟ ਟੈਂਪਰਡ ਕਿਹਾ ਜਾਂਦਾ ਹੈ। ਸ਼ੋਰਟ ਟੈਂਪਰਡ ਇਨਸਾਨ ਜੋ ਇਹ ਹੈ, ਜਿਹਨੂੰ ਕਿ ਗੁੱਸਾ ਬਹੁਤ ਜਲਦੀ ਆ ਜਾਂਦਾ ਹੈ,
ਉਹ ਇਨਸਾਨ ਦੀ ਜਿਹੜੀ ਇੱਕ ਸਮਝ ਹੈ ਉਹ ਬਹੁਤ ਛੋਟੀ ਹੁੰਦੀ ਹੈ। ਉਹ ਤਾਂ ਵਿੱਚ ਆ ਕੇ ਉਹ ਗੱਲਾਂ ਕਹਿ ਦਿੰਦਾ ਹੈ ਜਾਂ ਕਰ ਦਿੰਦਾ ਹੈ ਜੋ ਕਿ ਉਸਨੂੰ ਨਹੀਂ ਕਰਨੀਆਂ ਚਾਹੀਦੀਆਂ। ਇਸ ਕਰਕੇ ਆਪਣਾ ਆਪ ਨਾ ਗਵਾਵੋ। ਜੇ ਕੋਈ ਤੁਹਾਨੂੰ ਕੋਈ ਕਹਿ ਵੀ ਦਿੰਦਾ ਹੈ ਜਾਂ ਤੁਸੀਂ ਇੱਦਾਂ ਦੀ ਗੱਲ ਦੇਖਦੇ ਹੋ ਜਿਹੜੀ ਕਿ ਚੰਗੀ ਨਹੀਂ ਹੈ, ਤਾਂ ਆਪਣਾ ਆਪਾ ਨਾ ਗਵਾਵੋ। ਗੁੱਸੇ ਜਲਦੀ ਨਾ ਹੋਵੋ। ਗੁੱਸਾ ਇਨਸਾਨ ਦੀ ਬੁੱਧ ਨੂੰ ਭ੍ਰਸ਼ਟ ਕਰਦਾ ਹੈ। ਅਤੇ ਜੇ ਅਸੀਂ ਪ੍ਰਭੂ ਦੀ ਸਿਆਣਪ ਵਿੱਚ ਅਤੇ ਗਿਆਨ 'ਚ ਅਤੇ ਸਮਝ 'ਚ ਵਧਣਾ ਚਾਹੁੰਦੇ ਹਾਂ, ਫਿਰ ਸਾਨੂੰ ਗੁੱਸਾ ਨਹੀਂ ਪਰ ਧੀਰਜਮਈ ਹੋਣਾ ਚਾਹੀਦਾ ਹੈ। ਅਤੇ ਸਾਨੂੰ ਲੌਂਗ ਟੈਂਪਰਡ ਹੋਣਾ ਚਾਹੀਦਾ ਹੈ। ਸ਼ੋਰਟ ਟੈਂਪਰਡ ਗੁੱਸਾ ਜਲਦੀ ਆ ਗਿਆ, ਲੌਂਗ ਟੈਂਪਰਡ ਗੁੱਸਾ ਜਲਦੀ ਨਹੀਂ ਆਉਂਦਾ। ਅਤੇ ਲੌਂਗ ਸਫਰਿੰਗ ਬਣ ਗਏ ਪ੍ਰਭੂ ਦੇ ਵਾਂਗਰ। ਅਤੇ ਇਹ ਜਿਹੜੀਆਂ ਚੀਜ਼ਾਂ ਹਨ, ਇਹ ਚਰਚ ਦੀ ਇੱਕ ਯੂਨਿਟੀ ਅਤੇ ਇੱਕ ਜੋ ਕਿ ਏਕਤਾ ਹੈ, ਉਹਦੇ ਲਈ ਬਹੁਤ ਹੀ ਜ਼ਰੂਰੀ ਹੈ। ਹੁਣ ਚਰਚ ਦੀ ਯੂਨਿਟੀ ਇੰਨੀ ਕਿਉਂ ਇੰਪੋਰਟੈਂਟ ਹੈ? ਪੌਲੁਸ ਕਿਉਂ ਇਹ ਗੱਲ ਨੂੰ ਕਹਿ ਰਿਹਾ ਹੈ ਅਫਸੀਆਂ ਦੇ ਲੋਕਾਂ ਨੂੰ? ਉਹ ਇਹ ਹੈ ਕਿਉਂਕਿ ਜੇ ਚਰਚ ਇੱਕ ਨਹੀਂ ਹੋਵੇਗਾ, ਕਲੀਸਿਆ ਦੇ ਲੋਕ ਇੱਕ ਮਨ ਨਹੀਂ ਹੋਣਗੇ, ਅਤੇ ਫਿਰ ਉਹਨਾਂ ਦੇ ਰਾਹ ਅਲੱਗ-ਅਲੱਗ ਹੋਣਗੇ ਜੋ ਕਿ ਪ੍ਰਭੂ ਦੇ ਰਾਹ ਤੋਂ ਵੀ ਅਲੱਗ ਹੋ ਸਕਦੇ ਹਨ। ਜੇ ਅਸੀਂ ਪ੍ਰਭੂ ਦੇ ਰਾਹ 'ਤੇ ਚੱਲਦੇ ਹਾਂ ਅਤੇ ਚੱਲਣਾ ਚਾਹੁੰਦੇ ਹਾਂ ਅੱਗੇ ਵੀ, ਅਤੇ ਸਾਨੂੰ ਇੱਕ ਮਨ ਹੋਣ ਦੀ ਲੋੜ ਹੈ। ਇੱਕ ਮਨ ਪਾਪ ਵਿੱਚ ਹੋਣ ਦੀ ਲੋੜ ਨਹੀਂ ਹੈ। ਜੇ ਕੋਈ ਇਨਸਾਨ ਗਲਤ ਕੰਮ ਕਰਦਾ ਹੈ ਕਲੀਸਿਆ ਦੇ ਵਿੱਚ ਵੀ, ਉਹਨਾਂ ਦੇ ਨਾਲ ਜੁੜਨ ਦੀ ਲੋੜ ਨਹੀਂ ਹੈ। ਪਰ ਜਿਹੜੇ ਇਨਸਾਨ ਚੰਗਾ ਕਰਦੇ ਹਨ, ਚੰਗਾ ਪ੍ਰਭੂ ਦੇ ਮੋਹਰੇ ਹੋ ਕੇ ਜਾਂ ਪ੍ਰਭੂ ਨੂੰ ਅੱਗੇ ਰੱਖ ਕੇ ਉਹ ਕੰਮ ਕਰਦੇ ਹਨ ਜੋ ਪ੍ਰਭੂ ਨੂੰ ਚੰਗੇ ਲੱਗਦੇ ਹਨ, ਫਿਰ ਉਹਨਾਂ ਨਾਲ ਜੁੜਨ ਦੀ ਬਿਲਕੁਲ ਸਾਨੂੰ ਲੋੜ ਹੈ। ਇਸੇ ਲਈ ਪੌਲੁਸ ਵੀ ਕਹਿੰਦਾ ਹੈ ਕਿ ਜੇ ਚਰਚ ਯੂਨਾਈਟਿਡ ਨਹੀਂ ਹੋਵੇਗਾ, ਕਲੀਸਿਆ ਇੱਕ ਮਨ ਨਹੀਂ ਹੋਵੇਗੀ, ਅਤੇ ਫਿਰ ਉਹ ਪ੍ਰਭੂ ਦਾ ਪ੍ਰਚਾਰ ਸਾਰੀਆਂ ਕੌਮਾਂ ਤੱਕ ਕਿਵੇਂ ਲੈ ਕੇ ਜਾਣਗੇ ਅਤੇ ਪ੍ਰਭੂ ਦੀ ਜੋ ਖੁਸ਼ਖਬਰੀ ਹੈ ਉਹ ਲੋਕਾਂ ਤੱਕ ਕਿਵੇਂ ਪਹੁੰਚਾਉਣਗੇ? ਜੇ ਅਸੀਂ ਕਹਿੰਦੇ ਹਾਂ ਕਿ ਅਸੀਂ ਪਾਪਾਂ ਤੋਂ ਬਚਾਏ ਗਏ, ਅਤੇ ਜੇ ਅਸੀਂ ਸਾਡੀ ਕਲੀਸਿਆਵਾਂ ਦੇ ਵਿੱਚ ਵੀ ਅਸੀਂ ਪਾਪ ਹੀ ਕਰੀ ਗਏ, ਇੱਕ ਦੂਜੇ ਨਾਲ ਘ੍ਰਿਣਾ ਕਰੀ ਗਏ ਜਾਂ ਜੈਲਸੀ ਕਰੀ ਗਏ ਜਾਂ ਚੁਗਲੀਆਂ ਕਰੀ ਗਏ, ਫਿਰ ਉਹਦੇ ਵਿੱਚ ਪਵਿੱਤਰ ਆਤਮਾ ਕਿਵੇਂ ਖੁਸ਼ ਹੈ? ਕਿਉਂਕਿ ਪੌਲੁਸ ਵੀ ਇਹੀ ਕਹਿੰਦਾ ਹੈ ਕਿ ਅਤੇ ਮਿਲਾਪ ਦੇ ਬੰਧ ਵਿੱਚ ਆਤਮਾ ਦੀ ਏਕਤਾ ਦੀ ਪਾਲਣਾ ਕਰਨ ਦਾ ਯਤਨ ਕਰੋ। ਜੇ ਪਵਿੱਤਰ ਆਤਮਾ ਸਾਡੀ ਜ਼ਿੰਦਗੀ 'ਚ ਕੰਮ ਕਰਦਾ ਹੈ, ਸਾਡੀ ਜ਼ਿੰਦਗੀ ਵਿੱਚ ਯੂਨਿਟੀ ਹੋਣੀ ਚਾਹੀਦੀ ਹੈ ਇੱਕ ਦੂਜੇ ਨਾਲ। ਜੇ ਉਹ ਗੱਲ ਨਹੀਂ ਹੁੰਦੀ, ਜੇ ਅਸੀਂ ਐਜ਼ ਕਲੀਸਿਆਵਾਂ ਜੇ ਅਸੀਂ ਗਲਤ ਕੰਮ ਕਰੀ ਗਏ ਕਲੀਸਿਆਵਾਂ ਦੇ ਵਿੱਚ ਵੀ, ਅਤੇ ਫਿਰ ਅਸੀਂ ਪਵਿੱਤਰ ਆਤਮਾ ਨੂੰ ਕੀ ਉਦਾਸ ਕਰ ਦਿੰਦੇ ਹਾਂ। ਜਿਵੇਂ ਕਿ ਪੌਲੁਸ ਕਹਿੰਦਾ ਹੈ ਅਫਸੀਆਂ ਦਾ ਖੱਤ ਉਹਦਾ 4 ਅਧਿਆਇ ਅਤੇ ਉਹਦੀ 3ਵੀਂ ਆਇਤ ਵਿੱਚ, ਅਤੇ ਪਰਮੇਸ਼ਰ ਦੇ ਪਵਿੱਤਰ ਆਤਮਾ ਨੂੰ ਜਿਹਦੇ ਨਾਲ ਨਿਸਤਾਰੇ ਦੇ ਦਿਨ ਤੱਕ ਤੁਹਾਡੇ ਉੱਤੇ ਮੋਹਰ ਲੱਗੀ ਹੈ, ਉਦਾਸ ਨਾ ਕਰੋ। ਅਤੇ ਜੇ ਅਸੀਂ ਪਵਿੱਤਰ ਆਤਮਾ ਨੂੰ ਉਦਾਸ ਕਰਦੇ ਹਾਂ ਆਪਣੀ ਜ਼ਿੰਦਗੀ ਵਿੱਚ, ਅਤੇ ਫਿਰ ਪਵਿੱਤਰ ਆਤਮਾ ਸਾਡੀ ਜ਼ਿੰਦਗੀ 'ਚ ਕਿਵੇਂ ਕੰਮ ਕਰੇਗਾ ਅਤੇ ਮਸੀਹ ਫਲ ਕਿਵੇਂ ਆਵੇਗਾ ਸਾਡੀ ਜ਼ਿੰਦਗੀ 'ਚ? ਅਤੇ ਬਿਨਾਂ ਪਵਿੱਤਰ ਆਤਮਾ ਤੋਂ ਤਾਂ ਨਾ ਤਾਂ ਅਸੀਂ ਪ੍ਰਭੂ ਦੀ ਪ੍ਰਸਤਿਸ਼ ਕਰ ਸਕਦੇ ਹਾਂ ਅਤੇ ਨਾ ਹੀ ਉਹਦੇ ਵਚਨ ਨੂੰ ਸਮਝ ਸਕਦੇ ਹਾਂ। ਅਤੇ ਪਵਿੱਤਰ ਆਤਮਾ ਤਾਂ ਬਹੁਤ ਹੀ ਜ਼ਰੂਰੀ ਹੈ ਹਰੇਕ ਵਿਸ਼ਵਾਸੀ ਲਈ। ਇਸ ਲਈ ਸਾਨੂੰ ਇਹ ਚਾਹੀਦਾ ਹੈ ਕਿ ਇੱਕ ਦੂਜੇ ਨੂੰ ਪ੍ਰਭੂ ਦੇ ਨਾਲ ਜੋੜਨ ਦੀ ਪ੍ਰਯਾਸ ਕਰੀਏ, ਨਾ ਕਿ ਤੋੜਨ ਦੀ। ਅਤੇ ਅਸੀਂ ਪੜ੍ਹਦੇ ਹਾਂ ਪਹਿਲਾ ਪਤਰਸ ਉਹਦਾ 2 ਅਧਿਆਇ, ਉਹਦੇ ਵਿੱਚ ਕਿਵੇਂ ਪੌਲੁਸ ਕਹਿੰਦਾ ਹੈ ਕਿ ਅਸੀਂ ਉਹਨਾਂ ਪੱਥਰਾਂ ਵਾਂਗਰ ਹਨ ਜੋ ਕਿ ਇੱਕ ਦੂਜੇ ਨਾਲ ਜੋੜੇ ਜਾਂਦੇ ਹਨ, ਅਤੇ ਪ੍ਰਭੂ ਖੁਦ ਸਾਡਾ ਨੀਂਹ ਪੱਥਰ ਹੈ। ਅਤੇ ਜਦੋਂ ਅਸੀਂ ਪੱਥਰ ਜੋ ਕਿ ਆਤਮਿਕ ਪੱਥਰ ਹੈ, ਜਦੋਂ ਅਸੀਂ ਇੱਕ ਦੂਜੇ ਨਾਲ ਜੁੜ ਗਏ ਅਤੇ ਅਸੀਂ ਪ੍ਰਭੂ ਦੀ ਹੈਕਲ ਬਣ ਗਏ। ਕਲੀਸਿਆ ਇੱਕ ਤਰ੍ਹਾਂ ਇੱਕ ਪਿਕਚਰ ਹੈ, ਇੱਕ ਤਸਵੀਰ ਹੈ, ਆਤਮਿਕ ਤਸਵੀਰ, ਜਿਹਦੇ ਵਿੱਚ ਪ੍ਰਭੂ ਵਾਸ ਕਰਦਾ ਹੈ। ਪ੍ਰਭੂ ਕਹਿੰਦਾ ਕਿ ਮੈਂ ਆਪਣੇ ਚਰਚ ਵਿੱਚ ਵਾਸ ਕਰਦਾ ਹਾਂ। ਪ੍ਰਭੂ ਜੋ ਸੰਸਾਰ ਦਾ ਰਚਨਹਾਰ ਹੈ, ਉਹ ਕਿਸੇ ਹੋਰ ਜਗ੍ਹਾ 'ਚ ਇੰਟਰਸਟ ਨਹੀਂ ਰੱਖਦਾ, ਅਤੇ ਨਾ ਹੀ ਉਹ ਕਿਸੇ ਹੋਰ ਜਗ੍ਹਾ 'ਚ ਬਹਿੰਦਾ ਹੈ। ਪ੍ਰਭੂ ਸਿਰਫ ਆਪਣੇ ਲੋਕਾਂ 'ਚ ਬਹਿੰਦਾ ਹੈ, ਅਤੇ ਪ੍ਰਭੂ ਦੇ ਲੋਕਾਂ ਨੂੰ ਚਾਹੀਦਾ ਹੈ ਕਿ ਇੱਕ ਦੂਜੇ ਨਾਲ ਜੁੜ ਜਾਣ। ਅਤੇ ਜਿਵੇਂ ਕਿ ਇੱਕ ਇੱਟ ਚਰਚ ਨਹੀਂ ਹੋ ਸਕਦੀ ਜਾਂ ਬਿਲਡਿੰਗ ਨਹੀਂ ਹੋ ਸਕਦੀ, ਉਵੇਂ ਹੀ ਇੱਕ ਵਿਸ਼ਵਾਸੀ ਚਰਚ ਨਹੀਂ ਹੋ ਸਕਦਾ। ਜਦੋਂ ਵਿਸ਼ਵਾਸੀ ਨਾਲ ਜੁੜਦਾ ਹੈ, ਉਦੋਂ ਚਰਚ ਬਣਦਾ ਹੈ, ਉਦੋਂ ਕਲੀਸਿਆ ਬਣਦੀ ਹੈ। ਅਤੇ ਜਦੋਂ ਇੱਟ ਦੇ ਨਾਲ ਇੱਟ ਜੁੜਦੀ ਹੈ, ਅਤੇ ਉਦੋਂ ਹੀ ਹੈਕਲ ਜਾਂ ਘਰ ਬਣਦਾ ਹੈ। ਅਤੇ ਜੋ ਚੀਜ਼ਾਂ ਸਾਨੂੰ ਦੱਸੀਆਂ ਹਨ ਪ੍ਰਭੂ ਨੇ ਬਾਈਬਲ ਵਿੱਚ, ਇਹ ਕਾਫੀ ਸੱਚੀਆਂ ਹਨ, ਅਤੇ ਸਾਨੂੰ ਇਹਨਾਂ ਗੱਲਾਂ ਨੂੰ ਸਮਝਣ ਦੀ ਲੋੜ ਹੈ।
ਇੱਕ ਦੂਜੇ ਦੇ ਅਧੀਨ ਹੋਵੋ, ਜੋ ਕਿ ਲੋਕ ਪ੍ਰਭੂ ਦੇ ਅਧੀਨ ਹਨ। ਜਿਹੜੇ ਲੋਕ ਪ੍ਰਭੂ ਦੇ ਅਧੀਨ ਨਹੀਂ ਹਨ ਉਹਨਾਂ ਦੇ ਅਧੀਨ ਨਾ ਹੋਵੋ। ਜਿਹੜੇ ਪਾਸਟਰ ਪ੍ਰਭੂ ਦਾ ਪ੍ਰਚਾਰ ਚੰਗਾ ਨਹੀਂ ਕਰਦੇ ਜਾਂ ਲੋਕਾਂ ਨੂੰ ਗਲਤ ਸਿਕਸ਼ਾਵਾਂ ਦਿੰਦੇ ਹਨ, ਉਹਨਾਂ ਦੇ ਅਧੀਨ ਵੀ ਨਹੀਂ ਹੋਣਾ ਚਾਹੀਦਾ ਸਾਨੂੰ। ਅਤੇ ਜੋ ਲੋਕ ਨਰਮਾਈ ਨਾਲ ਪੇਸ਼ ਨਹੀਂ ਹੁੰਦੇ ਚਰਚਾਂ ਵਿੱਚ, ਉਹਨਾਂ ਨੂੰ ਜਾ ਕੇ ਦੱਸੋ ਕਿ ਉਹਨਾਂ ਨੂੰ ਨਰਮ ਹੋਣ ਦੀ ਲੋੜ ਹੈ। ਉਹਨਾਂ ਨੂੰ ਪ੍ਰਭੂ ਕੋਲ ਜਾ ਕੇ ਤੌਬਾ ਕਰਨ ਦੀ ਲੋੜ ਹੈ। ਜੇ ਤੁਸੀਂ ਨਰਮ ਨਹੀਂ ਹੋ, ਤੁਹਾਨੂੰ ਵੀ ਪ੍ਰਭੂ ਕੋਲ ਜਾ ਕੇ ਤੌਬਾ ਕਰਨ ਦੀ ਲੋੜ ਹੈ। ਕਿਉਂਕਿ ਇਹ ਚੀਜ਼ਾਂ ਸਾਡੀ ਜ਼ਿੰਦਗੀਆਂ ਦੇ ਵਿੱਚ ਨਾ ਸੰਗਤ ਨੂੰ ਬਹੁਤ ਖਰਾਬ ਕਰ ਦਿੰਦੀਆਂ ਹਨ। ਜੇ ਮਸੀਹੀ ਭਾਈ ਭੈਣ ਇੱਕ ਸੰਗਤ ਵਿੱਚ ਨਹੀਂ ਜੁੜ ਸਕਦਾ ਇਹਨਾਂ ਚੀਜ਼ਾਂ ਕਰਕੇ, ਅਤੇ ਫਿਰ ਉਹ ਸੰਗਤ ਦਾ ਕੀ ਫਾਇਦਾ। ਅਤੇ ਪ੍ਰਭੂ ਤਾਂ ਕਹਿੰਦਾ ਹੈ ਕਿ ਸੰਗਤ ਹੋਣੀ ਬਹੁਤ ਹੀ ਜ਼ਰੂਰੀ ਹੈ ਮਸੀਹੀ ਜ਼ਿੰਦਗੀ ਦੇ ਵਿੱਚ। ਬਿਨਾਂ ਸੰਗਤ ਤੋਂ ਅਸੀਂ ਮਸੀਹੀ ਕਿਰਪਾ ਅਤੇ ਗਿਆਨ ਵਿੱਚ ਨਹੀਂ ਬਚ ਸਕਦੇ। ਅਤੇ ਧੀਰਜ ਸਾਨੂੰ ਇੱਕ ਦੂਜੇ ਨਾਲ ਰੱਖਣਾ ਚਾਹੀਦਾ ਹੈ। ਮਾਫੀ ਦੇਣੀ ਚਾਹੀਦੀ ਹੈ। ਆਪਣੇ ਘਰਾਂ ਦੇ ਵਿੱਚ ਵੀ ਸਾਨੂੰ ਲੋਕਾਂ ਨੂੰ ਮਾਫ਼ ਕਰਨਾ ਚਾਹੀਦਾ ਹੈ। ਅਤੇ ਸਾਡੀ ਕਲੀਸਿਆਵਾਂ ਦੇ ਵਿੱਚ ਜੋ ਲੋਕ ਹੈ, ਜੇ ਉਹਨਾਂ ਨੇ ਸਾਨੂੰ ਕੁਛ ਗਲਤ ਕਹਿ ਦਿੱਤਾ ਜਾਂ ਕਰ ਦਿੱਤਾ, ਸਾਨੂੰ ਉਹਨਾਂ ਨੂੰ ਵੀ ਮਾਫ਼ ਕਰਨਾ ਚਾਹੀਦਾ ਹੈ। ਪਰ ਹਰੇਕ ਮਸੀਹ ਭਾਈ ਭੈਣ ਨੂੰ ਆਪਣੇ ਦਿਲਾਂ ਨੂੰ ਜਾਂਚਣ ਦੀ ਲੋੜ ਹੈ। ਅਤੇ ਇਹ ਜੋ ਚੀਜ਼ਾਂ ਹਨ, ਇਹ ਦੁਨਿਆਵੀ ਚੀਜ਼ਾਂ ਨਹੀਂ ਹਨ, ਇਹ ਆਤਮਿਕ ਚੀਜ਼ਾਂ ਹਨ, ਜੋ ਕਿ ਪ੍ਰਭੂ ਯਿਸੂ ਮਸੀਹ ਕੋਲ ਆ ਕੇ ਸਾਨੂੰ ਮਿਲਦੀਆਂ ਹਨ। ਅਤੇ ਪਿਤਾ ਚਾਹੁੰਦਾ ਹੈ ਕਿ ਅਸੀਂ ਇਹਨਾਂ ਗੱਲਾਂ ਨੂੰ ਆਪਣੇ ਮੂਹਰੇ ਰੱਖ ਕੇ ਚੱਲੀਏ ਅਤੇ ਇਹਨਾਂ ਗੱਲਾਂ ਦੇ ਉੱਤੇ ਧਿਆਨ ਲਗਾਈਏ। ਅਤੇ ਅਸੀਂ ਅਗਲਾ ਜੋ ਗੱਲ ਅਸੀਂ ਦੇਖਦੇ ਹਾਂ ਯੂਨਿਟੀ ਦੇ ਬਾਰੇ, ਕਲੀਸਿਆ ਦੀ ਸੰਗਤ ਜਿਹੜੀ ਅਤੇ ਉਹਨਾਂ ਦੀ ਇੱਕ ਮਨ ਹੋਣ ਦੀ ਜਿਹੜੀ ਗੱਲ ਕਰਦੇ ਹਾਂ, ਉਹ ਅਸੀਂ ਫਿਰ ਦੇਖਾਂਗੇ 4 ਆਇਤ ਤੋਂ ਲੈ ਕੇ ਅਤੇ 6ਵੀਂ ਆਇਤ ਤੱਕ ਅਗਲੇ ਹਫ਼ਤੇ। ਹੁਣ ਤੱਕ ਮੈਂ ਜੋ ਇਹ ਗੱਲਾਂ ਕਹੀਆਂ ਹਨ, ਇਹ ਪਹਿਲੀਆਂ 3 ਆਇਤਾਂ ਵਿੱਚੋਂ ਦੱਸੀਆਂ ਹਨ। ਅਤੇ ਅੱਜ ਅਸੀਂ ਇੱਥੇ ਹੀ ਆਪਣਾ ਪ੍ਰਚਾਰ ਰੋਕਦੇ ਹਾਂ ਅਤੇ ਪ੍ਰਾਰਥਨਾ ਕਰਦੇ ਹਾਂ ਕਿ ਪ੍ਰਭੂ ਸਾਨੂੰ ਸਾਰਿਆਂ ਨੂੰ ਆਪਣੇ ਵਚਨ ਦੇ ਦੁਆਰਾ ਸਾਨੂੰ ਅੱਗੇ ਵਧਾਵੇ ਅਤੇ ਸਾਡੀ ਗਿਆਨ ਨੂੰ ਅੱਗੇ ਵਧਾਵੇ, ਅਤੇ ਜੋ ਸਾਡੀ ਸੰਗਤ ਹੈ ਉਸ ਨੂੰ ਵੀ ਇੱਕ ਚੰਗਾ ਕਰ ਦੇਵੇ, ਨਰੋਇਆ ਕਰ ਦੇਵੇ, ਸਟਰੋਂਗ ਕਰ ਦੇਵੇ, ਵੀ ਮਜ਼ਬੂਤ ਕਰ ਦੇਵੇ, ਤਾਂ ਕਿ ਅਸੀਂ ਪ੍ਰਭੂ ਦੇ ਨਾਮ ਨੂੰ ਮਹਿਮਾ ਦੇ ਸਕੀਏ ਅਤੇ ਪ੍ਰਭੂ ਦੇ ਖੁਸ਼ਖਬਰੀ ਨੂੰ ਹੋਰ ਅੱਗੇ ਪਹੁੰਚਾਈਏ। ਅਤੇ ਜਿਹੜੇ ਲੋਕ ਗੁਆਚੇ ਹੋਏ ਹਨ ਉਹਨਾਂ ਨੂੰ ਵੀ ਖੁਦਾਵੰਦ ਦੇ ਜੋ ਪਿਆਰ ਬਾਰੇ ਅਤੇ ਖੁਦਾਵੰਦ ਦੀ ਕਿਰਪਾ ਬਾਰੇ ਦੱਸੀਏ। ਅਤੇ ਅੱਜ ਲਈ ਇੰਨਾ ਹੀ ਕਾਫੀ ਹੈ, ਅਤੇ ਅਸੀਂ ਫਿਰ ਮਿਲਾਂਗੇ ਅਗਲੇ ਹਫ਼ਤੇ। ਤਦ ਤੱਕ ਲਈ ਤੁਹਾਨੂੰ ਸਾਰਿਆਂ ਨੂੰ ਜੈ ਮਸੀਹ ਦੀ।